ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਬਾਰੇ ਬਹੁਤ ਸਾਰੇ ਵੀਰਾਂ ਦਾ ਸਵਾਲ ਆਇਆ ਸੀ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਅਸੀਂ ਜਾਣਾਂਗੇ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ 'ਚੋਂ ਫੜ ਕੇ ਜਦੋਂ ਦਿੱਲੀ ਲਿਜਾਇਆ ਗਿਆ ਤਾਂ ਜੋ ਬਾਦਸ਼ਾਹ ਫਰਖਸੀਅਰ ਹੈ ਉਹ ਬਹੁਤ ਹੈਰਾਨ ਪਰੇਸ਼ਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਉਹ ਇੰਨਾ ਡਰਦਾ ਸੀ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ। ਉਸਨੇ ਆਪਣੇ ਜੋ ਸਿਪਾਹੀਆਂ ਨੂੰ, ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਤੋਂ ਬਾਹਰ ਰੱਖਣਾ। ਆਪ ਉਹ ਜਮਨਾ ਦੇ ਵਿੱਚ ਰਹਿਣ ਲੱਗ ਗਿਆ ਤਾਂ ਕਿ ਬੰਦਾ ਸਿੰਘ ਬਹਾਦਰ ਤੋਂ ਦੂਰ ਰਹੇ। ਨਲੀਏ ਰਹਿ ਬੰਦੇ ਜਬ ਪੁਜਿਓ ਸ਼ਾਸੂ ਬਹੁ ਕੰਪਾਏ। ਜਦੋਂ ਬੰਦਾ ਬਹਾਦਰ ਨਲੀਏਰ, ਹੋ ਸਕਦਾ ਇਹ ਨਰੇਲੇ ਨੂੰ ਲਿਖਿਆ ਹੋਵੇ, ਜਦੋਂ ਉਹਨਾਂ ਦਾ ਕਾਫਲਾ ਉੱਥੇ ਪੁੱਜਿਆ ਤਾਂ ਉਹ ਸ਼ਾਹ ਜਿਹੜਾ ਬਾਦਸ਼ਾਹ ਬਹੁਤ ਘਬਰਾ ਗਿਆ, ਕੰਬੀ ਤੁਰਿਆ ਜਾਂਦਾ ਸੀ, ਡਰ ਦੇ ਨਾਲ ਉਸ ਬੜਾ ਪਰੇਸ਼ਾਨ ਸੀ। ਇਸੇ ਨਾ ਦਿੱਲੀ ਲਿਆਈ ਹੈ ਜੈ ਹੈ ਬੁਰੀ ਬਲਾਏ। ਇਹਨੂੰ ਦਿੱਲੀ ਨਾ ਲਿਆਓ, ਇਹ ਬੁਰੀ ਬਲਾ ਹੈ, ਪਤਾ ਨਹੀਂ ਜਾਦੂਗਰ ਹੈ, ਉੱਡ ਕੇ ਕਿੱਥੇ ਆ ਜਾਵੇ, ਮੇਰਾ ਕੀ ਨੁਕਸਾਨ ਕਰ ਦੇਵੇ। ਆਪ ਜਮਨਾ ਕੇ ਮੱਧ ਜਾ ਰਹੇ ਹੋ, ਜਮਨਾ ਦੇ ਵਿੱਚ ਜਾ ਕੇ ਆਪ ਰਹਿਣ ਲੱਗ ਗਿਆ। ਬੰਦਾ ਜਮਨੇ ਉਰਾਰ ਰੱਖਿਓ ਉਹਾਂ ਬੰਦੇ ਕੋ ਅੰਧਾ ਕਰਾਇਆ। ਔਰ ਬੰਦਾ ਬਹਾਦਰ ਨੂੰ ਉਸਨੇ ਉੱਥੇ ਅੰਨਾ ਕਰਾ ਦਿੱਤਾ ਤਾਂ ਕਿ ਉਹ ਕੁਝ ਦੇਖ ਨਾ ਸਕੇ। ਔਰ ਬੰਦਾ ਜੋ ਬਾਦਸ਼ਾਹ ਹੈ ਉਸ ਦਾ ਡਰ ਘਟ ਗਿਆ ਕਿ ਜਦ ਬੰਦੇ ਨੂੰ ਕੁਝ ਦਿਖੇਗਾ ਹੀ ਨਹੀਂ ਤਾਂ ਫਿਰ ਉਹ ਕਿਵੇਂ ਮੇਰੇ 'ਤੇ ਹਮਲਾ ਕਰੇਗਾ, ਕਿਵੇਂ ਮੈਨੂੰ ਮਰਵਾਏਗਾ। ਉਹਾਂ ਬੰਦੇ ਕੋ ਅੰਧਾ ਕਰਾਇਆ ਤੋ ਨਲੀਏਰੀਓਂ ਅੱਗੇ ਤੁਰਾਇਆ। ਮਤਲਬ ਨਰੇਲੇ ਵਿੱਚ ਹੀ ਬੰਦੇ ਬਹਾਦਰ ਨੂੰ ਅੰਨਾ ਕਰਵਾ ਦਿੱਤਾ ਤਾਂ ਹੀ ਉਸ ਦਾ ਕਾਫਲਾ ਅੱਗੇ ਤੁਰਾਇਆ ਗਿਆ। ਫਰਖਸੀਅਰ ਦਿਲ ਆਈ ਬਾਤ ਬੰਦੇ ਮੂਏ ਬਿਨ ਸੁੱਖ ਨਾ ਵਿਹਾਤ। ਉਹਦੇ ਮਨ ਵਿੱਚ ਗੱਲ ਆਈ ਵੀ ਜਦੋਂ ਤੱਕ ਬੰਦਾ ਮਰ ਨਹੀਂ ਜਾਂਦਾ ਉਦੋਂ ਤੱਕ ਸੁੱਖ ਦਾ ਸਾਹ ਲੈਣਾ ਔਖਾ ਹੈ। ਸ਼ਾਹ ਬੰਦੇ ਪੈ ਮਨੁੱਖ ਕਲਾਏ ਜੋ ਤੈ ਖਾਣੋ ਸੋ ਲੈ ਖਾਏ। ਉਸਨੇ ਆਪਣੇ ਬੰਦੇ ਭੇਜੇ ਔਰ ਬੰਦੇ ਨੂੰ ਕਿਹਾ ਜੋ ਤੂੰ ਖਾਣਾ ਹੈ ਉਹ ਖਾ ਲੈ, ਆਪਣੀ ਮੌਤ ਦੇ ਤੂੰ ਆਖ, ਕਿਵੇਂ ਮਰਨਾ ਚਾਹੁੰਦਾ ਉਹ ਮੈਨੂੰ ਦੱਸ ਦੇ। ਜਿਵੇਂ ਤੈਂ ਮਰਨਾ ਤਿਮ ਦੇਹ ਭਾਖ, ਜਿੱਦਾਂ ਤੂੰ ਮਰਨਾ ਚਾਹੁੰਦਾ ਉੱਦਾਂ ਮੈਨੂੰ ਦੱਸ ਦੇ। ਤਾਂ ਅੱਗੋਂ ਬੰਦੇ ਬਹਾਦਰ ਨੇ ਕੀ ਕਿਹਾ, ਤਬ ਬੰਦੇ ਜੋ ਉੱਤਰ ਬਤਾਇਓ ਜਿਵੇਂ ਤੈ ਮਰਨੋ ਮੋਹੇ ਮਰਵਾਇਓ। ਭਈ ਜਿੱਦਾਂ ਤੂੰ ਆਪਣੀ ਮੌਤ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਮੈਨੂੰ ਤੂੰ ਮਰਵਾ ਦੇ। ਜੋ ਕਹਿ ਬੰਦਾ ਚੁੱਪ ਕਰ ਰਹਿਓ। ਇਹਨਾਂ ਕਹਿ ਕੇ ਬੰਦਾ ਚੁੱਪ ਕਹਿਣ ਵਾਲੇ ਤਿਸ ਆ ਕਹਿਓ। ਜਿਹੜੇ ਬੰਦੇ ਭੇਜੇ ਸੀ ਉਹਨਾਂ ਨੇ ਉਸੇ ਤਰ੍ਹਾਂ ਆ ਕੇ ਫਰਖਸੀਅਰ ਨੂੰ ਦੱਸ ਦਿੱਤਾ। ਬੰਦੇ ਕਹਿਓ ਸੋ ਉਹਨ ਸੁਣ ਲਿਓ ਅੱਗੇ ਸੁਣੋ ਜਿਮ ਸਿਰ ਦੋਹ ਪਇਓ। ਫਿਰ ਕਵੀ ਕਹਿੰਦਾ ਹੈ, ਲਿਖਾਰੀ ਕਹਿੰਦਾ ਰਤਨ ਸਿੰਘ ਭੰਗੂ, ਅੱਗੇ ਜੋ ਹੋਇਆ ਉਹ ਸੁਣੋ। ਫਿਰ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਉਹਦੇ ਦਰਬਾਰ ਵਿੱਚ, ਫਰਖਸੀਅਰ ਦੇ ਦਰਬਾਰ ਵਿੱਚ ਇੱਕ ਕਾਜੀ ਸੀ। ਇਹ ਜਿਹੜਾ ਕਾਜੀ ਸੀ ਇਹ ਸਰਹੰਦ ਦੇ ਨਵਾਬ ਦਾ ਜੋ ਹੈ ਭਰਾ ਸੀ। ਸਰਹੰਦ ਦੇ ਨਵਾਬ ਦਾ ਭਰਾ। ਹੁਣ ਫਰਖਸੀਅਰ ਨੇ ਉਸ ਨੂੰ ਕਿਹਾ ਕਿ ਭਈ ਤੂੰ ਆਪਣੇ ਭਰਾ ਦਾ ਬਦਲਾ ਲੈ ਲਾ, ਹੁਣ ਮੌਕਾ ਹੈ, ਹੁਣ ਚਾਂਸ ਹੈ, ਤੂੰ ਆਪਣੇ ਭਰਾ ਦਾ ਬਦਲਾ ਲੈ ਲਾ, ਫਤਵਾ ਲਿਖ ਕੇ ਦੇ। ਤਾਂ ਉਸ ਕਾਜੀ ਨੇ ਫਤਵਾ ਇਹ ਕੱਢਿਆ ਕਿ ਇਸ ਨੂੰ ਉਸੇ ਤਰ੍ਹਾਂ ਮਾਰਿਆ ਜਾਵੇ ਜਿਵੇਂ
ਮੇਰੇ ਭਰਾ ਨੂੰ ਮਾਰਿਆ ਸੀ। ਜੋ ਸਰਹੰਦ ਦਾ ਨਵਾਬ ਸੀ ਵਜ਼ੀਰ ਖਾਨ, ਉਸ ਨੂੰ ਬਲਦਾਂ ਦੇ ਪਿੱਛੇ ਬੰਨ੍ਹ ਕੇ ਬਲਦਾਂ ਨੂੰ ਦੌੜਾਇਆ ਗਿਆ ਸੀ, ਸਾਰੇ ਸ਼ਹਿਰ ਵਿੱਚ ਘੁਮਾਇਆ ਗਿਆ ਸੀ। ਇਸ ਤਰ੍ਹਾਂ ਵਜ਼ੀਰ ਖਾਨ ਨੂੰ ਮਾਰਿਆ ਦੱਸਿਆ ਜਾਂਦਾ ਹੈ। ਇੱਕ ਜਗ੍ਹਾ ਇਹ ਦੱਸਿਆ ਜਾਂਦਾ ਹੈ ਕਿ ਵਜ਼ੀਰ ਖਾਨ ਲੜਾਈ ਦੇ ਮੈਦਾਨ ਵਿੱਚ ਉਸ ਨੂੰ ਮਾਰਿਆ ਸੀ। ਸੋ ਅਲੱਗ-ਅਲੱਗ ਕਹਾਣੀਆਂ ਨੇ। ਖੈਰ, ਇਸ ਕਾਜ਼ੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਤਵਾ ਦਿੱਤਾ, ਇਸ ਨੂੰ ਘੋੜੇ ਦੇ ਪਿੱਛੇ ਬੰਨ੍ਹ ਕੇ ਦਿੱਲੀ ਸ਼ਹਿਰ ਵਿੱਚ ਘੁਮਾਇਆ ਜਾਵੇ, ਔਰ ਇਸੇ ਤਰ੍ਹਾਂ ਹੀ ਕੀਤਾ ਗਿਆ। ਔਰ ਜੋ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਮੌਤ ਹੋ ਗਈ। ਇੱਥੋਂ ਤੱਕ ਜਿਹੜੀ ਇਤਿਹਾਸ ਹੈ ਉਹ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ। ਕਈ ਹੋਰ ਇਤਿਹਾਸਕਾਰਾਂ ਦੇ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਦਾ ਜਮੂਰਾਂ ਦੇ ਨਾਲ ਮਾਸ ਨੋਚਿਆ, ਬਹੁਤ ਤਸੀਹੇ ਦਿੱਤੇ। ਉਸ ਦੇ ਸਾਹਮਣੇ ਉਸ ਦੇ ਪੁੱਤਰ ਅਜੇ ਸਿੰਘ ਨੂੰ, ਜੋ 4 ਸਾਲ ਦੀ ਉਮਰ ਦਾ ਸੀ, ਮਾਰਿਆ ਗਿਆ ਔਰ ਉਸ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਕਿ ਕਿਸੇ ਤਰ੍ਹਾਂ ਡਰ ਕਰਕੇ ਕਿਸੇ ਤਰ੍ਹਾਂ ਵੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੋ ਹੈ ਉਹ ਈਨ ਮੰਨ ਲਵੇ, ਇਸਲਾਮ ਕਬੂਲ ਕਰ ਲਵੇ, ਮੁਗਲ ਹਕੂਮਤ ਦੀ ਅਧੀਨਗੀ ਮੰਨ ਲਵੇ, ਤਾਂ ਕਿ ਅਸੀਂ ਆਪਣੀ ਜਿੱਤ ਹੋਈ ਸਮਝਾਂਗੇ। ਪਰ ਇਸ ਬਹਾਦਰ ਯੋਧੇ, ਸੂਰਵੀਰ ਜਰਨੈਲ, ਮਹਾਨਾਇਕ ਨੇ ਮੁਗਲ ਹਕੂਮਤ ਦੀ ਇੱਕ ਨਾ ਮੰਨੀ ਔਰ ਸ਼ਹਾਦਤ ਦੇਣ ਨੂੰ ਰਾਜ਼ੀ ਹੋ ਗਿਆ, ਸ਼ਹਾਦਤ ਦਿੱਤੀ। ਪਰ ਇੱਥੇ ਕਿਹਾ ਹੈ ਕਿ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਉਸ ਨੂੰ ਮਾਰਿਆ ਗਿਆ। ਆਓ ਇੱਥੋਂ ਤੱਕ ਤੇ ਆਪਾਂ ਸਮਝ ਲਾਂਗੇ ਵੀ ਚਲੋ ਹੋ ਸਕਦਾ ਇੱਦਾਂ ਕੀਤੀ ਹੋਵੇ ਜਾਂ ਇੱਦਾਂ ਕੀਤੀ ਹੋਵੇ। ਅੱਗੋਂ ਜਿਹੜਾ ਇਤਿਹਾਸ ਅਸੀਂ ਪੜ੍ਹਨਾ ਸੁਣਨਾ ਹੈ ਉਹ ਬੜਾ ਹੀ ਅਜੀਬੋ ਗਰੀਬ ਹੈ। ਭਾਵ ਗੁਰਮਤਿ ਦੇ ਤਕਾਜ਼ੇ 'ਤੇ ਉਸ ਇਤਿਹਾਸ ਦਾ ਕੋਈ ਵੀ ਜੋ ਹੈ ਸਥਾਨ ਨਹੀਂ ਹੈ। ਇੱਕਦਮ ਨਿਰੀ ਮਨਮਤ ਜਾਂ ਤਾਂ ਕਰਾਮਾਤ ਔਰ ਜਾਂ ਹੋਰ ਐਵੇਂ ਹੋਸ਼ੀਆਂ ਜਿਹੀਆਂ ਗੱਲਾਂ ਅੱਗੇ ਲਿਖੀਆਂ ਹੋਈਆਂ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇਹ ਭਾਈ ਰਤਨ ਸਿੰਘ ਭੰਗੂ ਜਿਹੜਾ ਇਤਿਹਾਸ 1841 ਦੇ ਨੇੜੇ ਲਿਖਦਾ ਹੈ, ਇਹ ਹੁਣ ਤੱਕ ਇਹੀ ਕਹਿੰਦਾ ਹੈ ਕਿ ਮੈਂ ਜੋ ਮੈਨੂੰ ਸੁਣਾਇਆ ਗਿਆ, ਜੋ ਮੈਨੂੰ ਦੱਸਿਆ ਗਿਆ, ਜੋ ਮੈਨੂੰ ਕਿਹਾ ਗਿਆ, ਜੋ ਵੀ ਗੱਲ ਮੈਨੂੰ ਕਹੀ ਗਈ ਹੈ, ਸੁਣਾਈ ਗਈ ਹੈ, ਮੈਂ ਉਹੀ ਲਿਖਦਾ ਹਾਂ। ਪਰ ਇੱਕ ਗੱਲ ਸਮਝਣੀ ਜੋ ਜ਼ਰੂਰੀ ਹੈ ਕਿ ਇਹ ਆਪਣੇ ਦਿਮਾਗ ਦੀ ਵਰਤੋਂ ਕਰਨਾ ਬਿਲਕੁਲ ਭੁੱਲ ਗਿਆ। ਜੇ ਕਿਸੇ ਨੇ ਕੋਈ ਕਹਾਣੀ ਸੁਣਾਈ ਹੈ, ਉਹਦੀ ਪ੍ਰੋਸੈਸਿੰਗ ਆਪਣੇ ਦਿਮਾਗ ਨਾਲ ਕਰਨੀ ਹੈ। ਸਿੱਖ ਹੋ, ਗੁਰਮਤਿ ਦੇ ਗਿਆਤਾ ਜ਼ਰੂਰ ਹੋਣੇ ਚਾਹੀਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਿੱਖੀ ਵਿੱਚ ਕਰਾਮਾਤ ਦੀ ਕੋਈ ਜਗ੍ਹਾ ਨਹੀਂ ਹੈ। ਸਿੱਖੀ ਵਿੱਚ ਮਰ ਕੇ ਜਿਉਂਦੇ ਹੋਣ ਦਾ ਕੋਈ ਵੀ ਇਹੋ ਜਿਹਾ ਤਰੀਕਾ ਨਹੀਂ ਲਿਖਿਆ ਹੋਇਆ। ਪਰ ਫਿਰ ਹੁਣ ਜਿਹੜੀ ਕਹਾਣੀ ਅਸੀਂ ਅੱਗੇ ਪੜ੍ਹਨੀ ਆ, ਉਹਦੇ ਵਿੱਚ ਕਵੀ ਸਾਰੀ ਸੰਗਤ ਨੂੰ ਭੰਬਲ ਭੂਸੇ ਵਿੱਚ, ਦੁਚਿੱਤੇਪਣ ਵਿੱਚ ਪਾ ਰਿਹਾ। ਹੋਇਆ ਇਸ ਤਰ੍ਹਾਂ ਕਿ ਕਵੀ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ ਜਿਹੜਾ ਉਹ ਫਿਰ ਜਿਉਂਦਾ ਹੋ ਗਿਆ। ਜਿਉਂਦਾ ਕਿੱਦਾਂ ਹੋਇਆ ਉਸ ਦੇ ਬਾਰੇ ਸੁਣੋ। ਬੰਦੇ ਦੇ ਲੋਪ ਹੋਣ ਬਾਬਤ ਪ੍ਰਸੰਗ। ਅੱਗੇ ਰਹੀ ਸੋ ਕਹਾਂਗਾ ਸਾਖੀ ਬੰਦੇ ਕੀ ਲੋਪ। ਅੱਗੇ ਬੰਦੇ ਦੀ ਲੋਪ ਹੋਣ ਦੀ ਸਾਖੀ ਕਹਾਂਗਾ। ਜਿਵੇਂ ਮਰ ਕੇ ਪਇਓ ਜੀਵ ਤੋਂ ਗਇਓ ਰਹਿਓ ਜਿਮ ਗੋਪ। ਜਿਵੇਂ ਗੁਪਤ ਰਿਹਾ, ਮਰ ਕੇ ਜਿਉਂਦਾ ਹੋ ਗਿਆ, ਫਿਰ ਉਹ ਗੁਪਤ ਰਿਹਾ। ਚੌਪਈ ਸੋ ਮੈਂ ਦੇਵ ਅੱਗੇ ਲਿਖਾਈ। ਜੇ ਠੌਰ ਢੂੰਡਤੇ ਮੈਨੇ ਪਾਈ। ਜੋ ਲੱਭਦਿਆਂ ਮੈਂ ਲੱਭੀ ਹੈ। ਜਸ ਟਿਗ ਹੁਤ ਫਲਾਣ ਗ੍ਰਾਮ। ਜੈ ਸੋਢੀ ਵਾਵੇ ਫਤਿਹ ਸਿੰਘ ਭਾਗ ਸਿੰਘ ਨਾਮ। ਜਸਵਾਲ ਰਿਆਸਤ ਦੇ ਨੇੜੇ ਇੱਕ ਪਿੰਡ ਸੀ ਜਿੱਥੇ ਫਤਿਹ ਸਿੰਘ ਤੇ ਭਾਗ ਸਿੰਘ ਨਾਮ ਦੇ
ਆਪਣੇ ਆਪ ਨੂੰ ਸੋਢੀ ਬਾਵੇ ਅਖਵਾਉਂਦੇ ਹਨ, ਜੋ ਬੰਦੇ ਬਹਾਦਰ ਦੀ ਔਲਾਦ ਕਹਾਉਂਦੇ ਸਨ। ਦੋਹਰਾ ਸੁਨੋ ਕਹਾਣੀ ਅਦਭੁਤ ਹੈ, ਆਗੇ ਭਾਈ ਨਾ ਜੋਏ, ਆਗੇ ਭਈ ਨਾ ਜੋਏ। ਮੁਇਓ ਜਿਉ ਔਰ ਨਹਿ ਸੁਣਿਓ, ਜਿਉ ਬੰਦੇ ਸੀਸ ਕਟੋਏ। ਕਹਿੰਦਾ ਵੀ ਮਰਿਆ ਹੋਇਆ ਬੰਦਾ ਕਦੀ ਜਿਉਂਦਾ ਨਹੀਂ ਸੁਣਿਆ, ਪਰ ਬੰਦਾ ਸਿੰਘ ਬਹਾਦਰ ਦਾ ਸਿਰ ਕੱਟ ਦਿੱਤਾ, ਮਾਰ ਦਿੱਤਾ, ਫਿਰ ਉਹ ਜਿਉਂਦਾ ਹੋ ਗਿਆ। ਕਹਾਣੀ ਅੱਗੇ ਇਹ ਕਵੀ ਕੀ ਸੁਣਾਉਂਦਾ ਹੈ ਕਿ ਉਹ ਲੋਕਾਂ ਨੇ ਕਿਹਾ ਸੀ ਤਾਂ ਫਿਰ ਇਹ ਅੰਮ੍ਰਿਤਸਰ ਗਿਆ। ਉੱਥੇ ਇਸ ਨੂੰ ਦੋ ਸਿੱਖ ਮਿਲੇ, ਫਤਿਹ ਸਿੰਘ ਤੇ ਭਾਗ ਸਿੰਘ। ਭਾਗ ਸਿੰਘ ਨਾਲ ਇਸ ਦੀ ਵਾਰਤਾਲਾਪ ਹੋਈ। ਭਾਗ ਸਿੰਘ ਨੇ ਕਿਹਾ ਕਿ ਭਈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੋਤਰੇ ਹਾਂ। ਉਸਨੇ ਇਹ ਗੱਲ ਕਹੀ, ਇਸ ਨੇ ਮੰਨ ਲਈ। ਕਿਆ ਇਤਿਹਾਸ ਦੀ ਖੋਜ ਹੈ? ਕੋਈ ਬੰਦਾ ਆ ਤੁਹਾਡੇ ਕੋਲ ਆ ਕੇ ਝੂਠ ਸੱਚ ਬੋਲ ਕੇ ਕਿਸੇ ਦੀ ਔਲਾਦ ਆਪਣੇ ਆਪ ਨੂੰ ਦੱਸੇ, ਤੁਸੀਂ ਮੰਨ ਲੈਣਾ, ਇਹ ਸਾਡੇ ਲਿਖਾਰੀ ਦੀ ਖੋਜ ਹੈ। ਹੁਣ ਕਹਾਣੀ ਸੁਣੋ। ਬੰਦਾ ਸਿੰਘ ਬਹਾਦਰ ਨੂੰ ਜਦੋਂ ਮਾਰ ਦਿੱਤਾ ਗਿਆ, ਫਰਕਸੀਅਰ ਨੇ ਦਹਿਸ਼ਤ ਫੈਲਾਉਣ ਲਈ ਸਿੱਖਾਂ ਵਿੱਚ, ਸਾਰੇ ਦੇਸ਼ ਵਿੱਚ ਉਸ ਦੇ ਅੰਗ ਨੂੰ ਅਲੱਗ-ਅਲੱਗ ਅੰਗਾਂ ਨੂੰ ਕੱਟ ਕੇ ਬਕਸਿਆਂ ਵਿੱਚ ਬੰਦ ਕਰ ਦਿੱਤਾ। ਆਪਣੇ ਕੋਤਵਾਲਾਂ ਨੂੰ ਕਿਹਾ ਕਿ ਇਹਨਾਂ ਨੂੰ ਦੇਸ਼ ਦੇ ਅਲੱਗ-ਅਲੱਗ ਜੋ ਸੂਬਿਆਂ ਵਿੱਚ ਸੁੱਟ ਦੇਵੋ। ਉਹ ਹਾਲੇ ਤਿਆਰੀ ਕਰ ਰਹੇ ਸੀ ਤਾਂ ਰਾਤ ਨੂੰ, ਸ਼ਾਮ ਨੂੰ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਨੇ ਕਿਹਾ ਕਿ ਭਾਈ ਤੁਸੀਂ ਮੇਰੇ ਅੰਗਾਂ ਨੂੰ ਦੁਬਾਰਾ ਜੋੜ ਦੇਵੋ, ਜੇ ਨਹੀਂ ਜੋੜੋਗੇ ਤਾਂ ਤੁਸੀਂ ਅੰਨੇ ਹੋ ਜਾਓਗੇ। ਉੱਧਰੋਂ ਕੋਤਵਾਲਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨੇ ਸੋਚਿਆ ਕਿ ਐਵੇਂ ਕੋਈ ਗੱਲ ਹੋ ਰਹੀ ਹੈ, ਪਰ ਜਦੋਂ ਉਹ ਨਾ ਮੰਨੇ ਤਾਂ ਉਹਨਾਂ ਨੂੰ ਦਿਸਣੋਂ ਹਟ ਗਿਆ। ਜਦੋਂ ਉਹਨਾਂ ਨੂੰ ਦਿਸਣੋਂ ਹਟ ਗਿਆ ਤਾਂ ਉਹ ਹੈਰਾਨ ਪਰੇਸ਼ਾਨ ਕੀ ਕਰਨ। ਉਹਨਾਂ ਨੇ ਦੁਬਾਰਾ ਕਿਹਾ ਉਸ ਆਕਾਸ਼ਬਾਣੀ ਨੂੰ, ਠੀਕ ਹੈ ਅਸੀਂ ਤੁਹਾਡੀ ਗੱਲ ਮੰਨਦੇ ਹਾਂ, ਅਸੀਂ ਅੰਗਾਂ ਨੂੰ ਜੋੜ ਦਿਆਂਗੇ, ਪਰ ਇੱਕ ਸਾਡੀ ਸ਼ਰਤ ਹੈ ਕਿ ਇਹ ਗੱਲ ਜਿਹੜੀ ਹੈ ਇਹ ਸੀਕ੍ਰੇਟ ਰੱਖਣੀ ਆ, ਇਹ ਗੁਪਤ ਰੱਖਣੀ ਆ, ਕਿਉਂਕਿ ਉਸ ਸਮੇਂ ਦੀ ਸਰਕਾਰ ਦੇ ਨੌਕਰ ਸਨ। ਉਹਨਾਂ ਨੂੰ ਖਤਰਾ ਹੋਵੇਗਾ ਕਿ ਜੇ ਸਰਕਾਰ ਨੂੰ ਪਤਾ ਲੱਗਾ, ਬਾਦਸ਼ਾਹ ਨੂੰ ਪਤਾ ਲੱਗਾ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਅੰਗ ਜੋੜ ਕੇ ਆਜ਼ਾਦ ਕਰ ਦਿੱਤਾ, ਤਾਂ ਫਿਰ ਉਹ ਸਰਕਾਰ ਸਾਡੇ 'ਤੇ ਸਖਤ ਐਕਸ਼ਨ ਲੈ ਸਕਦੀ ਹੈ, ਸਾਨੂੰ ਮਾਰ ਸਕਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਇਸ ਗੱਲ ਨਾਲ ਸਹਿਮਤ ਹੋ ਗਿਆ ਔਰ ਇਹਨਾਂ ਨੇ ਕੀ ਕੀਤਾ, ਸਾਰੇ ਅੰਗ ਇਕੱਠੇ ਕੀਤੇ, ਜਲਦੀ ਨਾਲ ਅੰਗ ਜੋੜੇ ਔਰ ਜਲਦੀ ਵਿੱਚ ਇੱਧਰਲਾ ਹੱਥ ਉੱਧਰ ਅਤੇ ਉੱਧਰਲਾ ਹੱਥ ਉੱਧਰ, ਲੱਤਾਂ ਵੀ ਐਵੇਂ ਉਲਟੀਆਂ ਸਿੱਧੀਆਂ ਜੁੜ ਗਈਆਂ। ਬਾਬਾ ਬੰਦਾ ਸਿੰਘ ਨੇ ਵੀ ਠੀਕ ਸਮਝਿਆ ਵੀ ਜੇ ਮੈਂ ਪੂਰਾ ਸਰੀਰ ਪਹਿਲੇ ਵਾਲਾ ਅਖਤਿਆਰ ਕਰਦਾ ਅਤੇ ਲੋਕਾਂ ਨੇ ਕਹਿਣਾ ਇਹ ਤਾਂ ਜਾਦੂਗਰ ਹੈ, ਕਰਾਮਾਤੀ ਹੈ, ਇਸ ਕਰਕੇ ਉਸਨੇ ਬਦਲੇ ਹੋਏ ਸਰੀਰ ਨੂੰ ਹੀ ਪ੍ਰਵਾਨ ਕਰ ਲਿਆ। ਉੱਥੋਂ ਉੱਡ ਕੇ ਬਾਬਾ ਬੰਦਾ ਸਿੰਘ ਬਹਾਦਰ, ਮੈਂ ਵੀ ਉਹ ਸੁਣਾ ਰਿਹਾ ਜੋ ਇਸ ਗ੍ਰੰਥ ਦੇ ਕਰਤਾ ਨੇ ਲਿਖਿਆ ਹੋਇਆ। ਮੇਰਾ ਇਹਦੇ ਵਿੱਚ ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ ਇਸ ਕਹਾਣੀ ਵਿੱਚ, ਨਾ ਹੀ ਇਹ ਗੁਰਮਤ ਹੈ, ਕਿਤੇ ਭੁਲੇਖਾ ਨਾ ਖਾ ਦਿਓ ਕਿ ਮੈਂ ਕਿਹੜੇ ਔਧੜੇ ਰਾਹੇ ਪੈ ਗਿਆ। ਉੱਥੋਂ ਉੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਜੋ ਹੈ ਮੰਡੀ ਦੇ ਰਾਜੇ ਕੋਲ, ਜੋ ਕਿ ਇਹਦਾ ਸਿੱਖ ਸੀ, ਉਹਦੇ ਕੋਲ ਗਿਆ, ਉਹਨੂੰ ਦਰਸ਼ਨ ਦਿੱਤੇ। ਫਿਰ ਉੱਥੋਂ ਉੱਡ ਕੇ ਆਪਣੀ ਪਹਿਲੀ ਰਿਆਸਤ ਪੁਰਾਣੇ ਜਨਮ ਭੂਮੀ 'ਤੇ ਜੰਮੂ ਚਲਾ ਗਿਆ। ਜੰਮੂ ਇੱਕ ਰਮਣੀਕ ਜਗ੍ਹਾ ਦੇਖ ਕੇ ਉੱਥੇ ਇਸਨੇ ਆਪਣੀ ਕੁਟੀਆ ਬਣਾਈ। ਥੋੜ੍ਹੇ ਦਿਨਾਂ ਵਿੱਚ ਜਿਹੜੇ ਪੁਰਾਣੇ ਸਿੱਖ ਉਸ ਇਲਾਕੇ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਪਤਾ ਲੱਗਾ, ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਉੱਥੇ ਮਿਲਣ ਆਏ। ਕਾਫੀ ਆਵਾਜਾਈ ਸ਼ੁਰੂ ਹੋ ਗਈ। ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇੜੇ ਦੇ ਪਿੰਡ ਗਿਆ। ਉੱਥੇ ਇੱਕ ਘਰ ਵਿੱਚ ਗਿਆ, ਉਹਨਾਂ ਦੀ ਇੱਕ ਲੜਕੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਮਾਤਾ ਪਿਤਾ, ਲੜਕੀ ਦੇ ਮਾਤਾ ਪਿਤਾ ਨੂੰ ਕਿਹਾ ਕਿ ਇਸ ਦਾ ਵਿਆਹ ਮੇਰੇ ਨਾਲ ਕਰ ਦੇਵੋ, ਪਰ ਉਹ ਵੱਡੇ ਖਾਨਦਾਨੀ ਬੰਦੇ ਸਨ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਪਣੀ ਲੜਕੀ ਦੇ ਵਿਆਹ ਕਰਨ ਦੀ ਆਗਿਆ ਨਾ ਦਿੱਤੀ, ਸਗੋਂ ਅੱਗੋਂ ਤਾਨੇ ਮਿਹਣੇ ਮਾਰੇ ਵੀ ਤੇਰੇ ਸਾਧ ਨਾਲ, ਤੇਰੇ ਵਿਹਲੜ ਨਾਲ ਵਿਆਹ ਅਸੀਂ ਕਿਵੇਂ ਕਰ ਦਈਏ। ਖੈਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਕਰਾਮਾਤ ਦਿਖਾਈ ਔਰ ਉਹ
परिवार नूं अन्ना कर दिता। जदों उन्हां नूं दिसणों हट गया, मजबूरी बस वो अपनी लड़की का विआह बाबा बंदा सिंह बहादुर नाल करन नूं सहमत हो गए। फिर एक शर्त बाबा बंदा सिंह बहादुर ने होर रख दी कि ये डोला सजा के मेरी गुफा विच कुटिया विच लियाउणा। घर वाले डरदे मारे ये भी मन गए, उस लड़की नूं उसका डोला सजा के बाबा बंदा सिंह बहादुर दे कुटिया विच खुली विच भेज दिता। वो खांदा पींदा घर सी, उन्होंने अपनी लड़की दे नाल एक नौकरानी भी भेज दी ताकि वो लड़की की टहल सेवा करती रहे। उत्थे बाबा बंदा सिंह बहादुर के घर पुत्र पैदा होया। और होर जिहड़ी गल एक कवि ने खास लिख दी, बाबा बंदा सिंह बहादुर का संबंध उस दासी नौकरानी नाल भी हो गया। उसके घर भी एक बाल पैदा होया। कुछ समय बाद बाबा बंदा सिंह बहादुर ने उस नौकरानी के बच्चे नूं कहा कि जा अपने भाइयों नाल खेड। उदों उस नौकरानी ने सारी गल ज़ाहिर कर दी कि यह पुत्र भी बाबा बंदा सिंह बहादुर का है। ये कहानी और उसका वंश हाले जम्मू कश्मीर में चलता है। भाव इहो जिहियां कहानियां सिख धर्म विच पा दित्तियां। इन्हां सारियां कहानियां दा मकसद की है? मकसद ये है कि उस महान जरनैल लासानी बहादुर सूरवीर योधा दूरदर्शी आगू बाबा बंदा सिंह बहादुर नूं जलील करना, उसनूं इन्ना नखिद इन्ना घटिया सिद्ध करना ताकि सिख समाज के लोग उस नाल नफरत करन लग जाण। अज उन्हां दे नां ते वंश चल रहा, वो सब कुछ बन जाता, रेडीमेड बन जाता। जे किसी नूं शक होवे भी इदां नहीं बन सकता, आओ तुहानूं मैं एक उदाहरण दिना। 84 नूं वापरे नूं सिर्फ 38 साल होए। सब कुछ साडियां अखां सामने साडे जीवन विच वापरिया। उत्थे जो मुख बंदा दरबार साहब विचों हो के लड़ रहा सी, उस दी शहीदी बारे या उस दी मौत बारे कितना भंबल पूसा 20 साल तक पिया रहा। सारी कौम नूं गुमराह किया गया कि संत जरनैल सिंह भिंडरां वाले जिउंदे हन, वो आउणगे, सिख कौम की कमांड संभालणगे। आखिर एक समा तो ऐसा भी आया जदों ये दस दिता गया कि फलानी फलानी तरीक नूं वो आके टैलीविजन उत्ते अपना लैक्चर देणगे। सारा पंजाब सतर्क, गौरमेंट पूरी तरह सतर्क। असल में गौरमेंट नूं किसी तरह का कोई डर टौखला नहीं सी। वो तो एवें लोगों नूं गुमराह करन लई, बुद्धू बनाउण लई ये सारे खेखन कर रही सी। सारी कहानी गौरमेंट की सरकार की अपनी बनाई हुई सी। हाँ, ये जुदी गल है कि साडे विचों कुछ जर खरीद बंदे उसने खरीद लए सन। उन्हां दी ज़बानी ये सब कुछ बुलवाया जा रहा सी। पर आम श्रद्धालु, आम शरधावान सिख ये सारे पचीतगियां नूं, सारियां गुंझलदार गल्लां नूं नहीं समझ पाउंदे। वो हर चीज़ नूं सच मान लैंदे आ। ते पूरी पंजाब की सिख बसों उस वेले टैलीविजन अगे जुड़ बैठी कि हुण अज इन्ने बजे उन्होंने प्रवचन देने हैं। और सरकार ने जानबूझ के उदों उस दिन लाइट बंद कर दी तो लोगों ने जनरेटर का प्रबंध, किसी ने इन्वर्टर लाए हुए सन। पूरी कोशिश सी कि असी वो लैक्चर जरूर सुनना। आखिर वो सब कुछ फोका निकलिया, झूठा निकलिया। पर हैरानी की गल है, हाले भी अज 38 साल बाद भी कुछ इहो जी हस्तियां हैं जिहड़ियां कहिंदियां हन कि बाबा जी हाले जिउंदे हन। यह गल मैं तुहानूं तां सुणा रहा कि इतिहास, सिखां दा इतिहास किवें लिखिया जांदा यार। साडे सामने सब कुछ होया वापरिया। उन्हां दी मृतक देह नूं उन्हां दे अपने भरा ने शनाखत की, उन्हां बंदियां ने उन्हां दा संस्कार किया, शाशनदीद गवाह ने, सब कुछ है। पर लुकाई नूं
ਭੁਲੇਖੇ ਵਿੱਚ ਪਾਉਣ ਲਈ। ਗੱਲ ਯਾਦ ਰੱਖਣਾ, ਜਦੋਂ ਇੱਕ ਸੁਰਤਾ ਹੋਵੇ ਤਾਂ ਇੱਕ ਸੁਰਤਾ ਹੋਣ ਤੇ ਕੀ ਹੁੰਦਾ ਕਿ ਬੰਦਾ ਕੋਈ ਵੀ ਮਰਤਬਾ ਪ੍ਰਾਪਤ ਕਰ ਸਕਦਾ। ਜਦੋਂ ਦੁਚਿੱਤਾਪਨ ਹੋਵੇ, ਕਨਫਿਊਜ਼ਨ ਹੋਵੇ, ਉਦੋਂ ਕੁਝ ਵੀ ਸਮਝ ਨਹੀਂ ਆਉਂਦਾ। ਇਸ ਤਰ੍ਹਾਂ ਹੀ ਸਮਝੋ ਕਿ ਜੇ ਸਭ ਕੁਝ ਠੀਕ ਹੈ ਤਾਂ ਇਹ ਮਲਟੀਪਲਾਈ ਹੁੰਦਾ ਜਾਂਦਾ, ਵੱਧਦਾ ਜਾਂਦਾ। ਗਲਤੀ ਨਾਲ ਇੱਕ ਜ਼ੀਰੋ ਵਿੱਚ ਆ ਜਾਵੇ ਮਲਟੀਪਲੀਕੇਸ਼ਨ ਦੇ ਵਿੱਚ, ਸਾਰਾ ਜ਼ੀਰੋ ਹੋ ਜਾਂਦਾ। ਇਵੇਂ ਜੇ ਤਾਂ ਇੱਕ ਸੁਰਤਾ ਨਾਲ ਚੜ੍ਹਦੀ ਕਲਾ ਵਿੱਚ ਕਾਰਜ ਚੱਲ ਰਿਹਾ ਤੇ ਪ੍ਰਾਪਤੀਆਂ ਪ੍ਰਾਪਤੀਆਂ, ਜੇ ਵਿੱਚ ਦੁਚਿੱਤਾਪਨ, ਕਨਫਿਊਜ਼ਨ, ਸ਼ੱਕ, ਦੋ ਰਾਵਾਂ ਹੋ ਗਈਆਂ, ਸਮਝ ਲਓ ਸਭ ਕੁਝ ਜ਼ੀਰੋ। ਇਹ ਸਮੇਂ ਦੀਆਂ ਸਰਕਾਰਾਂ ਜਾਣ-ਬੁੱਝ ਕੇ ਇਹੋ ਜਿਹੀਆਂ ਕਹਾਣੀਆਂ ਬਣਾਉਂਦੀਆਂ ਨੇ ਕਿ ਲੀਡਰ ਹਾਲੇ ਜਿਉਂਦਾ, ਉਹ ਆਏਗਾ, ਕੁਛ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਤਹਿਲਕਾ ਇਵੇਂ ਜ਼ਿਆਦਾ ਸੀ ਤੇ ਉਹਨਾਂ ਦੇ ਸ਼ਹੀਦੀ ਤੋਂ ਉਪਰੰਤ ਗੜਬੜ ਹੋਣ ਦਾ ਚਾਂਸ ਵੀ ਜ਼ਿਆਦਾ ਸੀ। ਇਸ ਕਰਕੇ ਸਰਕਾਰਾਂ ਨੇ ਹੋ ਸਕਦਾ ਇਹ ਕਹਾਣੀ ਬਣਾਈ ਹੋਵੇ ਕਿ ਬਾਬਾ ਜੀ ਹਾਲੇ ਜਿਉਂਦੇ ਨੇ, ਸਮਾਂ ਪਾ ਕੇ ਆਉਣਗੇ, ਫਿਰ ਕੌਮ ਦੀ ਬਾਗਡੋਰ ਸੰਭਾਲਣਗੇ, ਜਿਵੇਂ 84 ਵਿੱਚ ਹੋਇਆ। ਅੱਜ ਤੱਕ ਕੁਝ ਨਹੀਂ ਹੋਇਆ। ਇਸ ਤਰ੍ਹਾਂ ਕਰਕੇ, ਪਰ ਇੱਥੇ ਇਸ ਕਹਾਣੀ ਦੇ ਨਾਲ ਸਿਰਫ ਇੱਕ ਗੱਲ ਨੇ, ਉਹਨਾਂ ਨੂੰ ਜਿਉਂਦੇ ਰੱਖਣ ਦੀ ਗੱਲ ਨਹੀਂ ਸੀ, ਉਹਨਾਂ ਦੀ ਕਰਾਮਾਤ ਦੀ ਗੱਲ ਨਹੀਂ ਸੀ, ਸਗੋਂ ਉਹਨਾਂ ਦੇ ਕਰੈਕਟਰ ਨੂੰ ਬਦਨਾਮ ਕਰਨਾ, ਉਹਨਾਂ ਦੇ ਚਾਲ ਚੱਲਣ ਤੇ ਤੋਹਮਤਾਂ ਲਾਉਣੀਆਂ ਸੀ ਕਿ ਬਾਬਾ ਜੀ ਨੇ ਫਿਰ ਵਿਆਹ ਕੀਤਾ। ਪਹਿਲਾਂ ਕਈ ਵਿਆਹ ਦੱਸੇ ਨੇ, ਕਦੀ ਰੰਡੀ ਨਾਲ ਵਿਆਹ ਤੇ ਕਦੀ ਕਿਸੇ ਨਾਲ ਵਿਆਹ, ਤੇ ਹੁਣ ਘਰ ਦੀ ਨੌਕਰਾਣੀ ਦੇ ਪੇਟੋਂ ਬੱਚਾ ਵੀ ਪੈਦਾ ਕਰਵਾ ਲਿਆ। ਇਹ ਸਾਰੇ ਇਤਿਹਾਸਕਾਰ ਜਿੰਨੇ ਨੇ, ਇਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਧੁਰ ਵਿਰੋਧੀ ਨੇ, ਧੁਰ ਵਿਰੋਧੀ। ਅੱਗੇ ਜਦੋਂ ਆਪਾਂ ਸਰਦਾਰ ਗੁਰਬਖਸ਼ ਸਿੰਘ ਵਾਲੀ ਆਪਾਂ ਵੀਡੀਓ ਬਣਾਵਾਂਗੇ ਨਾ, ਦੇਖੋਗੇ ਕਿ ਉੱਥੇ ਕਿੰਨਾ ਜ਼ਹਿਰ ਉਹਨਾਂ ਦੇ ਮਨ ਵਿੱਚ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ। ਉਹ ਕਿਹੜੇ ਲਫ਼ਜ਼ ਵਰਤ ਰਹੇ ਨੇ, ਕਿਹਦੇ ਬਰਾਬਰ ਉਹਨੂੰ ਤੁਲਨਾ ਦੇ ਰਹੇ ਨੇ। ਸੋ ਇਹ ਸਾਰਾ ਕੁਝ ਇਹ ਮਹਾਨ ਨਾਇਕ ਦੇ ਵਿਰੁੱਧ ਇੱਕ ਕੋਝਾ ਪ੍ਰਚਾਰ, ਜ਼ਹਿਰੀਲਾ ਪ੍ਰਚਾਰ ਕੀਤਾ ਗਿਆ। ਸੋ ਇਹ ਹੈ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਸ਼ਹੀਦੀ ਦੇ ਆਖਰੀ ਗੱਲ ਕਰਨੀ ਹੋਵੇ, ਉਹ ਸ਼ਹੀਦੀ ਦਿੱਲੀ ਵਿੱਚ ਹੋ ਗਈ ਸੀ। ਕਈ ਜਗ੍ਹਾ ਲਿਖਿਆ ਕਿ ਉਹਨਾਂ ਨੂੰ ਕਿਰਪਾਨ ਨਾਲ ਸ਼ਹੀਦ ਕੀਤਾ ਗਿਆ, ਇੱਥੇ ਲਿਖਿਆ ਗਿਆ ਘੋੜੇ ਦੇ ਪਿੱਛੇ ਪਾ ਕੇ ਸ਼ਹੀਦ ਕੀਤਾ ਗਿਆ। ਕੁਝ ਵੀ ਹੋਵੇ, ਉਹਨਾਂ ਦੀ ਸ਼ਹੀਦੀ ਸਨ 1716 ਈਸਵੀ ਵਿੱਚ ਦਿੱਲੀ ਵਿਖੇ ਹੋ ਗਈ ਸੀ। ਉਹਨਾਂ ਦੇ ਬੱਚੇ ਅਜੇ ਸਿੰਘ ਦੀ ਵੀ ਸ਼ਹੀਦੀ ਹੋ ਗਈ ਸੀ। ਐਡੇ ਮਹਾਨ ਨਾਇਕ ਨੂੰ ਇਹਨਾਂ ਮਿੱਟੀ ਵਿੱਚ ਰੋਲਿਆ, ਔਰ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕਰਵਾਉਣ ਵਿੱਚ ਸਹਿਯੋਗ ਸਰਕਾਰ ਦਾ ਦਿੱਤਾ, ਉਹ ਵੱਡੇ ਹੀਰੋ ਬਣ ਕੇ, ਵੱਡੇ ਨਾਇਕ ਬਣ ਕੇ ਸਿੱਖ ਇਤਿਹਾਸ ਵਿੱਚ ਚਮਕ ਰਹੇ ਨੇ। ਪਰ ਸਮਾਂ ਬਹੁਤ ਹੀ ਦੂਰ ਨੇ, ਹੁਣ ਸੱਚੇ ਨੂੰ ਸੱਚੋ ਸੱਚ ਨਿਬੜ ਜਾਣਾ ਔਰ ਝੂਠ ਦਾ ਪਾਜ ਉਗੜ ਜਾਣਾ ਸਮਾਂ ਆ ਗਿਆ ਹੈ। ਆਓ ਅੱਜ ਦੀ ਵੀਡੀਓ ਇੰਨੀ ਕੁ ਹੈ, ਇੱਥੇ ਸਮਾਪਤੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਤੇ ਉਹੀ ਬੇਨਤੀ, ਜੇ ਇਹ ਉਦਮ ਚੰਗਾ ਲੱਗਦਾ ਤੇ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਅਤੇ ਮੇਰੇ ਵੀਡੀਓ ਨੂੰ ਪਸੰਦ ਕਰੋ, ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਸੱਚ ਦਾ ਪ੍ਰਚਾਰ ਹੋ ਸਕੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ